ਰੋਮੀਆਂ ਨੂੰ ਪੌਲੁਸ ਦੀ ਪੱਤਰੀ। ਇਹ ਉਸ ਵਿਅਕਤੀ ਦੁਆਰਾ ਲਿਖੀ ਗਈ ਸਭ ਤੋਂ ਲੰਬੀ ਅਤੇ ਮਹੱਤਵਪੂਰਨ ਪੱਤਰੀਆਂ ਵਿੱਚੋਂ ਇੱਕ ਹੈ, ਜੋ ਪਹਿਲਾਂ ਤਰਸੁਸ ਦੇ ਸੌਲੁਸ ਵਜੋਂ ਜਾਣਿਆ ਜਾਂਦਾ ਸੀ। ਉਹ ਇੱਕ ਯਹੂਦੀ ਰੱਬੀ ਸੀ, ਜੋ ਫਰੀਸੀਆਂ ਵਜੋਂ ਜਾਣੇ ਜਾਂਦੇ ਸਮੂਹ ਨਾਲ ਸੰਬੰਧਿਤ ਸੀ, ਅਤੇ ਉਹ ਮੂਸਾ ਦੀ ਤੁਰੇਤ ਅਤੇ ਇਸਰਾਏਲ ਦੀਆਂ ਪਰੰਪਰਾਵਾਂ ਪ੍ਰਤੀ ਜਨੂੰਨ ਅਤੇ ਸ਼ਰਧਾ ਰੱਖਦਾ ਸੀ। ਅਤੇ ਉਸਨੇ ਯਿਸੂ ਅਤੇ ਉਸਦੇ ਚੇਲਿਆਂ ਨੂੰ ਇੱਕ ਖਤਰੇ ਦੇ ਅੰਦੇਸ਼ੇ ਨਾਲ ਵੇਖਿਆ। ਪਰ ਫਿਰ ਉਸਦੀ ਮੁਲਾਕਾਤ ਜੀ ਉੱਠੇ ਯਿਸੂ ਨਾਲ ਹੁੰਦੀ ਹੈ, ਜਿਸ ਨੇ ਉਸਨੂੰ ਬਾਈਬਲ ਵਿੱਚ ਇੱਕ ਅਧਿਕਾਰਿਕ ਨੁਮਾਇੰਦੇ ਦੀ ਤਰ੍ਹਾਂ ਗੈਰ ਯਹੂਦੀ ਕਹਾਉਂਦੇ ਗੈਰ ਕੌਮਾਂ ਲਈ ਇੱਕ ਰਸੂਲ ਠਹਿਰਾਇਆ। ਅਤੇ ਇਸ ਲਈ ਉਸਨੇ ਆਪਣੀ ਪਹਿਚਾਣ ਆਪਣੇ ਰੋਮੀ ਨਾਮ ਪੌਲੁਸ ਨਾਲ ਬਣਾਈ। ਉਸਨੇ ਸਾਰੇ ਪੁਰਾਣੇ ਰੋਮੀ ਸਾਮਰਾਜ ਦੀ ਯਾਤਰਾ ਕੀਤੀ ਅਤੇ ਲੋਕਾਂ ਨੂੰ ਜੀ ਉੱਠੇ ਯਿਸੂ ਰਾਜਾ ਬਾਰੇ ਦੱਸਿਆ, ਅਤੇ ਫਿਰ ਉਸਦੇ ਪੈਰੋਕਾਰਾਂ ਦੇ ਸਮਾਜਾਂ ਦਾ ਨਿਰਮਾਣ ਕੀਤਾ, ਜਿਸ ਨੂੰ ਅਸੀਂ ਕਲੀਸਿਆ ਆਖਦੇ ਹਾਂ। ਪੌਲੁਸ ਕਦੇ-ਕਦਾਈ ਇਹਨਾਂ ਨਵੇਂ ਮਸੀਹੀ ਸਮਾਜਾਂ ਨੂੰ ਪੱਤਰੀਆਂ ਲਿਖਦਾ ਹੁੰਦਾ ਸੀ, ਤਾਂ ਜੋ ਉਹਨਾਂ ਦੀ ਨਿਸ਼ਚਾ ਨੂੰ ਮਜ਼ਬੂਤ ਕਰਨ ਜਾਂ ਪ੍ਰਸ਼ਨਾਂ ਦੇ ਉੱਤਰ ਦੇਣ ਵਿੱਚ ਸਹਾਇਤਾ ਕੀਤੀ ਜਾ ਸਕੇ, ਅਤੇ ਰੋਮੀਆਂ ਦੀ ਪੁਸਤਕ ਇਹਨਾਂ ਵਿੱਚੋਂ ਇੱਕ ਹੈ। ਅਸਲ ਵਿੱਚ ਇਹ ਲਿਖਤ ਉਸਦੇ ਜੀਵਨ ਦੇ ਸਫ਼ਰ ਵਿੱਚ ਕਾਫੀ ਦੇਰ ਬਾਅਦ ਲਿਖੀ ਗਈ ਸੀ। ਹੁਣ ਅਸੀਂ ਰਸੂਲਾਂ ਦੇ ਕਰਤੱਵ ਦੀ ਪੁਸਤਕ ਤੋਂ ਜਾਣਦੇ ਹਾਂ ਕਿ ਰੋਮ ਵਿੱਚ ਕਲੀਸਿਆ ਦਾ ਵਜੂਦ ਕੁਝ ਸਮੇਂ ਤੋਂ ਸੀ, ਅਤੇ ਇਸ ਵਿੱਚ ਯਿਸੂ ਦੇ ਯਹੂਦੀ ਅਤੇ ਗੈਰ ਯਹੂਦੀ ਪੈਰੋਕਾਰਾਂ ਦਾ ਸਮੂਹ ਸੀ। ਪਰ ਇੱਕ ਸਮਾਂ ਆਇਆ ਜਦ ਰੋਮ ਦੇ ਪਾਤਸ਼ਾਹ ਕਲੌਦੀਅਸ ਨੇ ਸਾਰੇ ਯਹੂਦੀ ਲੋਕਾਂ ਨੂੰ ਰੋਮ ਤੋਂ ਬਾਹਰ ਕੱਢ ਦਿੱਤਾ ਸੀ, ਅਤੇ ਫਿਰ 5 ਸਾਲਾਂ ਬਾਅਦ ਉਹਨਾਂ ਸਾਰੇ ਯਹੂਦੀਆਂ ਨੂੰ ਵਾਪਸ ਆਉਣ ਦੀ ਪ੍ਰਵਾਨਗੀ ਦਿੱਤੀ ਗਈ, ਜਿਨ੍ਹਾਂ ਵਿੱਚ ਯਿਸੂ ਦੇ ਪਿੱਛੇ ਚੱਲਣ ਵਾਲੇ ਯਹੂਦੀ ਵੀ ਸਨ। ਅਤੇ ਜਦੋਂ ਉਹ ਵਾਪਸ ਆਏ ਤਾਂ ਉਹਨਾਂ ਨੂੰ ਇੱਕ ਕਲੀਸਿਆ ਮਿਲੀ, ਜੋ ਰੀਤੀ ਰਿਵਾਜਾਂ ਵਿੱਚ ਬਹੁਤ ਹੀ ਗੈਰ ਯਹੂਦੀ ਬਣ ਗਈ ਸੀ, ਅਤੇ ਇਸ ਨਾਲ ਬਹੁਤ ਤਣਾਅ ਪੈਦਾ ਹੋਇਆ। ਪੌਲੁਸ ਦੇ ਦਿਨਾਂ ਵਿੱਚ ਰੋਮੀ ਕਲੀਸਿਆ ਵਿੱਚ ਫੁੱਟ ਪੈ ਗਈ। ਲੋਕਾਂ ਵਿੱਚ ਯਿਸੂ ਦੇ ਪਿੱਛੇ ਚੱਲਣ ਦੇ ਤਰੀਕਿਆਂ ਵਿੱਚ ਅਸਹਿਮਤੀ ਸੀ। ਉਹਨਾਂ ਵਿੱਚ ਇਸ ਗੱਲ ਦਾ ਵਿਵਾਦ ਸੀ ਕਿ ਕੀ ਗੈਰ ਯਹੂਦੀ ਮਸੀਹਾਂ ਨੂੰ ਸਬਤ ਨੂੰ ਮਨਾਉਣ, ਸ਼ੁੱਧ ਖਾਣਾ ਖਾਣ ਜਾਂ ਸੁੰਨਤ ਕਰਾਉਣ ਦੀਆਂ ਰੀਤਾਂ ਨੂੰ ਮੰਨਣਾ ਚਾਹੀਦਾ ਹੈ ਜਾਂ ਨਹੀਂ। ਅਤੇ ਇਸ ਲਈ ਪੌਲੁਸ ਨੇ ਕੁਝ ਗੱਲਾਂ ਨੂੰ ਸਪਸ਼ਟ ਕਰਨ ਲਈ ਪੱਤਰੀ ਲਿਖੀ ਸੀ। ਉਹ ਚਾਹੁੰਦਾ ਸੀ ਕਿ ਇਹ ਕਲੀਸਿਆ ਇੱਕ ਵਿਹਾਰਕ ਉਦੇਸ਼ ਲਈ ਇਕਮੁੱਠ ਹੋ ਜਾਵੇ। ਉਸ ਨੂੰ ਇਸ ਗੱਲ ਦੀ ਉਮੀਦ ਸੀ ਕਿ ਰੋਮੀ ਕਲੀਸਿਆ ਉਸ ਦੇ ਮਿਸ਼ਨ ਲਈ ਭਾਵ ਪੱਛਮ ਵੱਲ ਸਪੇਨ ਲਈ ਇੱਕ ਕੇਂਦਰੀ ਸਥਾਨ ਬਣ ਸਕਦੀ ਹੈ। ਇਸ ਲਈ ਇਹਨਾਂ ਹਾਲਾਤਾਂ ਨੇ ਪੌਲੁਸ ਨੂੰ ਅੰਜੀਲ ਬਾਰੇ ਆਪਣੀ ਪੂਰੀ ਵਿਆਖਿਆ ਲਿਖਣ ਲਈ ਪ੍ਰੇਰਿਤ ਕੀਤਾ। ਜਿਸ ਖੁਸ਼ਖਬਰੀ ਦਾ ਉਹ ਪ੍ਰਚਾਰ ਕਰਦਾ ਸੀ, ਉਹ ਯਿਸੂ ਦੇ ਜੀਵਨ, ਮੌਤ ਅਤੇ ਜੀ ਉੱਠਣ ਬਾਰੇ ਸੀ। ਇਸ ਪੱਤਰੀ ਦੀ ਤਿਆਰੀ 4 ਮੁੱਖ ਅੰਦੋਲਨ ਕਰਨ ਲਈ ਹੈ, ਪਰ ਇਹ ਅੰਜੀਲ ਦੀ ਲੰਮੇ ਸਮੇਂ ਤੱਕ ਚੱਲਦੀ ਖੋਜ ਦੇ ਰੂਪ ਵਿੱਚ ਏਕੀਕ੍ਰਿਤ ਹੈ। ਪੌਲੁਸ ਆਖਦਾ ਹੈ ਕਿ ਸਭ ਤੋਂ ਪਹਿਲਾਂ ਅੰਜੀਲ ਪਰਮੇਸ਼ਵਰ ਦੀ ਧਾਰਮਿਕਤਾ ਨੂੰ ਦਰਸਾਉਂਦੀ ਹੈ, ਅਤੇ ਫਿਰ ਇਹ ਇੱਕ ਨਵੀਂ ਮਨੁੱਖਤਾ ਦੀ ਸਿਰਜਣਾ ਵੀ ਕਰਦੀ ਹੈ, ਜੋ ਇਸਰਾਏਲ ਨਾਲ ਪਰਮੇਸ਼ਵਰ ਦੇ ਵਾਅਦੇ ਨੂੰ ਪੂਰਾ ਕਰਦੀ ਹੈ। ਅਤੇ ਇਸ ਲਈ ਇਹ ਅਜਿਹੀ ਅੰਜੀਲ ਹੈ ਜੋ ਕਲੀਸਿਆ ਨੂੰ ਇਕਜੁੱਟ ਕਰਨ ਜਾ ਰਹੀ ਹੈ। ਇਸ ਵੀਡੀਓ ਵਿੱਚ ਅਸੀਂ ਸਿਰਫ ਅਧਿਆਏ 1 ਤੋਂ 4 ਦੇ ਵਿਚਾਰਾਂ ਦੀ ਪੜਚੋਲ ਕਰਨ ਜਾ ਰਹੇ ਹਾਂ। ਪੌਲੁਸ ਆਪਣੇ ਆਪ ਨੂੰ ਯਿਸੂ ਬਾਰੇ ਖੁਸ਼ਖਬਰੀ ਫੈਲਾਉਣ ਲਈ ਪਰਮੇਸ਼ਵਰ ਦੁਆਰਾ ਨਿਯੁਕਤ ਕੀਤੇ ਰਸੂਲ ਵਜੋਂ ਜਾਣ ਪਛਾਣ ਕਰਾਉਣ ਨਾਲ ਆਰੰਭ ਕਰਦਾ ਹੈ। ਉਹ ਕਿਵੇਂ ਇਸਰਾਏਲ ਦਾ ਮਸੀਹਾ ਹੈ, ਜੋ ਮੁਰਦਿਆਂ ਵਿੱਚੋਂ ਜੀ ਉੱਠਿਆ, ਪਰਮੇਸ਼ਵਰ ਦਾ ਪੁੱਤਰ, ਕੌਮਾਂ ਦਾ ਪਾਤਸ਼ਾਹ ਹੈ, ਅਤੇ ਯਿਸੂ ਹੁਣ ਸਾਰੀ ਮਨੁੱਖਤਾ ਨੂੰ ਉਸਦੇ ਪਿਆਰ ਭਰੇ ਸ਼ਾਸਨ ਅਧੀਨ ਆਉਣ ਲਈ ਆਖਦਾ ਹੈ। ਪੌਲੁਸ ਕਹਿੰਦਾ ਹੈ ਕਿ ਰਾਜਾ ਯਿਸੂ ਬਾਰੇ ਇਹ ਖੁਸ਼ਖਬਰੀ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਬਚਾਉਣ ਦੀ ਪਰਮੇਸ਼ਵਰ ਦੀ ਸ਼ਕਤੀ ਹੈ ਜੋ ਉਸ ਵਿੱਚ ਵਿਸ਼ਵਾਸ ਕਰਦੇ ਹਨ, ਅਤੇ ਦੂਜਾ, ਇਹ ਪਰਮੇਸ਼ਵਰ ਦੀ ਧਾਰਮਿਕਤਾ ਨੂੰ ਦਰਸਾਉਂਦੀ ਹੈ। ਹੁਣ ਪੌਲੁਸ ਲਈ ਧਾਰਮਿਕਤਾ ਸ਼ਬਦ ਪੁਰਾਣੇ ਨੇਮ ਦਾ ਬਹੁਤ ਹੀ ਮਹੱਤਵਪੂਰਨ ਸ਼ਬਦ ਹੈ। ਇਹ ਪਰਮੇਸ਼ਵਰ ਦੇ ਚਰਿੱਤਰ ਬਾਰੇ ਦੱਸਦਾ ਹੈ ਕਿ ਉਹ ਹਮੇਸ਼ਾ ਨਿਆਂ ਕਰਦਾ ਹੈ, ਕੀ ਸਹੀ ਹੈ ਅਤੇ ਕੀ ਚੰਗਾ ਹੈ, ਪਰ ਇਹ ਵੀ ਕਿ ਉਹ ਆਪਣੇ ਵਾਅਦੇ ਪੂਰੇ ਕਰਨ ਲਈ ਵਫਾਦਾਰ ਹੈ। ਅਤੇ ਪੌਲੁਸ ਆਖ ਰਿਹਾ ਹੈ ਕਿ ਯਿਸੂ ਦੀ ਕਹਾਣੀ ਦਰਸਾਉਂਦੀ ਹੈ ਕਿ ਕਿਵੇਂ ਪਰਮੇਸ਼ਵਰ ਨੇ ਇਹ ਦੋਵੇਂ ਕੰਮ ਕੀਤੇ। ਕਿਵੇਂ? ਖੈਰ, ਉਹ ਉਤਪਤ ਦੇ ਅਧਿਆਏ 3 ਤੋਂ 11 ਦੇ ਇੱਕ ਲੰਬੇ ਰਚਨਾਤਮਕ ਦੁਹਰਾਉ ਨੂੰ ਜਾਂਦਾ ਹੈ। ਉਹ ਦੱਸਦਾ ਹੈ ਕਿ ਕਿਵੇਂ ਸਾਰੀਆਂ ਸਾਰੀਆਂ ਕੌਮਾਂ ਪਾਪ ਅਤੇ ਸਵਾਰਥ ਦੇ ਚੱਕਰ ਵਿੱਚ ਫਸੀਆਂ ਹੋਈਆਂ ਹਨ। ਪੌਲੁਸ ਕਹਿੰਦਾ ਹੈ ਕਿ ਮਨੁੱਖੀ ਦਿਲ ਅਤੇ ਦਿਮਾਗ ਟੁੱਟੇ ਹੋਏ ਹਨ। ਅਸੀਂ ਮੂਰਤੀ ਪੂਜਾ ਨੂੰ ਅਪਣਾਉਣ ਲਈ ਪਰਮੇਸ਼ਵਰ ਤੋਂ ਮੂੰਹ ਮੋੜ ਲਿਆ ਹੈ, ਜਿਸ ਦਾ ਅਰਥ ਹੈ ਸਿਰਜੀਆਂ ਚੀਜ਼ਾਂ ਵਿੱਚ ਅੰਤਮ ਮਹੱਤਤਾ ਨੂੰ ਲੱਭਣਾ, ਅਤੇ ਫਿਰ ਇਹਨਾਂ ਚੀਜ਼ਾਂ ਦੀ ਅੰਤਮ ਨਿਸ਼ਠਾ ਕਰਨਾ ਜੋ ਪਰਮੇਸ਼ਵਰ ਨਹੀਂ ਹਨ। ਇਸ ਦਾ ਨਤੀਜਾ ਸਾਡੀ ਮਨੁੱਖਤਾ ਅਤੇ ਵਿਨਾਸ਼ਕਾਰੀ ਵਿਵਹਾਰ ਦਾ ਵਿਗਾੜ ਹੈ। ਅਤੇ ਇਸ ਲਈ ਜੋ ਬਚਿਆ ਹੈ ਉਹ ਇੱਕ ਮਾਨਵਤਾ ਹੈ ਜੋ ਇੱਕ ਸੱਚੇ ਅਤੇ ਧਰਮੀ ਪਰਮੇਸ਼ਵਰ ਅੱਗੇ ਦੋਸ਼ੀ ਵਜੋਂ ਖੜੀ ਹੈ। ਇਸ ਲਈ ਇਸਰਾਏਲ ਦੇ ਲੋਕ ਸ਼ਾਇਦ ਕਹਿਣ, ਖੈਰ, ਇਹ ਚੰਗੀ ਗੱਲ ਹੈ ਕਿ ਪਰਮੇਸ਼ਵਰ ਨੇ ਸਾਡੇ ਲੋਕਾਂ ਨੂੰ ਕੌਮਾਂ ਵਿੱਚੋਂ ਚੁਣਿਆ। ਉਸ ਨੇ ਸਾਨੂੰ ਮਿਸਰ ਦੀ ਗੁਲਾਮੀ ਤੋਂ ਛੁਡਾ ਲਿਆ। ਉਸ ਨੇ ਸਾਨੂੰ ਤੋਰਾ ਦੇ ਨਿਯਮ ਦਿੱਤੇ, ਜਿਵੇਂ ਸਬਤ ਅਤੇ ਸ਼ੁੱਧ ਖਾਣਾ ਖਾਣ ਦੀਆਂ ਰੀਤਾਂ ਅਤੇ ਸੁੰਨਤ, ਅਤੇ ਇਹ ਸਾਰੇ ਸਾਨੂੰ ਦਰਸਾਉਂਦੇ ਹਨ ਕਿ ਕਿਵੇਂ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਵਜੋਂ ਜਿਉਣਾ ਹੈ।
ਪਰ ਪੌਲੁਸ ਆਖਦਾ ਹੈ, ਇੰਨੀ ਜਲਦੀ ਨਹੀਂ। ਉਹ ਤੁਰੇਤ ਅਤੇ ਬਾਕੀ ਪੁਰਾਣੇ ਨੇਮ ਦੀ ਕਥਾ ਨੂੰ ਯਾਦ ਕਰਦਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਸਰਾਇਲ ਬਾਕੀ ਮਨੁੱਖਤਾ ਵਾਂਗ ਪਾਪੀ ਅਤੇ ਮੂਰਤੀ ਪੂਜਕ ਅਤੇ ਨੈਤਿਕ ਤੌਰ ਤੇ ਡਿੱਗਿਆ ਹੋਇਆ ਸੀ। ਪੌਲੁਸ ਆਖਦਾ ਹੈ ਕਿ ਇਸਰਾਇਲ ਅਸਲ ਵਿੱਚ ਗੈਰ ਕੌਮਾਂ ਨਾਲੋਂ ਵਧੇਰੇ ਦੋਸ਼ੀ ਹੈ, ਕਿਉਂਕਿ ਉਹਨਾਂ ਕੋਲ ਤੁਰੇਤ ਹੈ। ਉਹਨਾਂ ਨੂੰ ਇਸ ਤੋਂ ਬਿਹਤਰ ਪਤਾ ਹੋਣਾ ਚਾਹੀਦਾ ਹੈ ਅਤੇ ਇਸ ਲਈ ਪੌਲੁਸ ਨੇ ਸਿੱਟਾ ਕੱਢਿਆ, ਸਾਰੀ ਮਨੁੱਖਤਾ, ਦੋਵੇਂ ਗੈਰ ਯਹੂਦੀ ਅਤੇ ਇਸਰਾਇਲੀ, ਪਰਮੇਸ਼ਵਰ ਦੇ ਅੱਗੇ ਨਿਰਾਸ਼ਾ ਵਿੱਚ ਫਸੇ ਅਤੇ ਦੋਸ਼ੀ ਹਨ। ਪਰ ਇਹ ਅੰਤ ਨਹੀਂ ਹੈ। ਯਿਸੂ ਬਾਰੇ ਖੁਸ਼ਖਬਰੀ ਪਰਮੇਸ਼ਵਰ ਦਾ ਜਵਾਬ ਹੈ। ਮਨੁੱਖਤਾ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਯਿਸੂ ਪਾਪਾਂ ਦੀ ਕੁਰਬਾਨੀ ਵਜੋਂ ਸਾਰੇ ਲੋਕਾਂ ਲਈ ਮਰਨ ਲਈ ਇਸਰਾਇਲ ਦੇ ਮਸੀਹਾ ਵਜੋਂ ਆਇਆ। ਸਾਡੇ ਨੁਮਾਇੰਦੇ ਵਜੋਂ ਯਿਸੂ ਨੇ ਸਾਡੇ ਲਈ ਦੁੱਖ, ਪਾਪ ਅਤੇ ਮੌਤ ਦੇ ਸਾਰੇ ਸਿੱਟੇ ਆਪਣੇ ਆਪ ਉੱਤੇ ਚੁੱਕ ਲਏ ਅਤੇ ਉਹ ਇਸ ਸਭ ਤੇ ਜਿੱਤ ਪਾ ਕੇ ਮੌਤ ਤੋਂ ਜੀ ਉੱਠਿਆ। ਉਹ ਆਪਣੀ ਨਵੀਂ ਜੀ ਉੱਠਣ ਦੀ ਜ਼ਿੰਦਗੀ ਦੂਸਰਿਆਂ ਲਈ ਉਪਲਬਧ ਕਰਾਉਂਦਾ ਹੈ। ਯਿਸੂ ਉਹ ਬਣ ਗਿਆ ਜੋ ਅਸੀਂ ਹਾਂ, ਤਾਂ ਜੋ ਅਸੀਂ ਉਹ ਬਣ ਸਕੀਏ ਜੋ ਉਹ ਹੈ। ਅਤੇ ਇਸ ਸਭ ਦੇ ਬਾਰੇ ਪੌਲੁਸ ਦੱਸਦਾ ਹੈ ਕਿਵੇਂ ਪਰਮੇਸ਼ਵਰ ਉਹਨਾਂ ਲੋਕਾਂ ਨੂੰ ਧਰਮੀ ਠਹਿਰਾਉਂਦਾ ਹੈ ਜੋ ਯਿਸੂ ਵਿੱਚ ਵਿਸ਼ਵਾਸ ਕਰਦੇ ਹਨ ਜਾਂ ਭਰੋਸਾ ਰੱਖਦੇ ਹਨ। ਹੁਣ ਧਰਮੀ ਠਹਿਰਾਉਣਾ ਪੌਲੁਸ ਲਈ ਇੱਕ ਹੋਰ ਮਹੱਤਵਪੂਰਨ ਸ਼ਬਦ ਹੈ ਜੋ ਪੁਰਾਣੇ ਨੇਮ ਤੋਂ ਹੈ ਅਤੇ ਇਹ ਪਰਮੇਸ਼ਵਰ ਦੀ ਧਾਰਮਿਕਤਾ ਨਾਲ ਸੰਬੰਧਿਤ ਹੈ, ਜਿਸ ਦਾ ਸ਼ਾਬਦਿਕ ਅਰਥ ਹੈ ਧਰਮੀ ਠਹਿਰਾਉਣਾ। ਯਿਸੂ ਨੇ ਸਾਡੇ ਲਈ ਜੋ ਕੀਤਾ, ਉਸ ਕਰਕੇ ਸਾਨੂੰ ਪਰਮੇਸ਼ਵਰ ਦੇ ਅੱਗੇ ਨਵਾਂ ਰੁਤਬਾ ਦਿੱਤਾ ਗਿਆ ਹੈ। ਸਾਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਪਰਮੇਸ਼ਵਰ ਐਲਾਨ ਕਰਦਾ ਹੈ ਕਿ ਇੱਕ ਵਿਅਕਤੀ ਉਸ ਨਾਲ ਸਹੀ ਸਬੰਧ ਵਿੱਚ ਹੈ ਅਤੇ ਉਸ ਨੂੰ ਮਾਫ ਕਰ ਦਿੱਤਾ ਗਿਆ ਹੈ। ਧਰਮੀ ਠਹਿਰਾਏ ਜਾਣ ਵਜੋਂ ਇੱਕ ਨਵਾਂ ਪਰਿਵਾਰ, ਜਿਹੜਾ ਵਿਅਕਤੀ ਯਿਸੂ ਵਿੱਚ ਭਰੋਸਾ ਰੱਖਦਾ ਹੈ, ਉਸ ਨੂੰ ਪਰਮੇਸ਼ਵਰ ਦੇ ਨੇਮ ਦੇ ਲੋਕਾਂ ਵਿੱਚ ਇੱਕ ਜਗ੍ਹਾ ਦਿੱਤੀ ਜਾਂਦੀ ਹੈ। ਧਰਮੀ ਠਹਿਰਾਏ ਜਾਣ ਵਜੋਂ ਇੱਕ ਨਵਾਂ ਭਵਿੱਖ ਵੀ ਹੈ ਜੋ ਪਰਮੇਸ਼ਵਰ ਦੀ ਕਿਰਪਾ ਦੁਆਰਾ ਜੀਵਨ ਪਰਿਵਰਤਨ ਦੀ ਯਾਤਰਾ ਦੀ ਸ਼ੁਰੂਆਤ ਕਰਦਾ ਹੈ। ਅਤੇ ਇਸ ਤਰ੍ਹਾਂ ਧਰਮੀ ਹੋਣ ਦੇ ਬਾਰੇ ਇਹ ਸਭ ਚੀਜ਼ਾਂ ਉਹਨਾਂ ਲਈ ਪਰਮੇਸ਼ਵਰ ਦੀ ਦਾਤ ਹਨ ਜੋ ਆਪਣੀ ਨਿਸ਼ਚਾ ਦੁਆਰਾ ਮਸੀਹ ਵਿੱਚ ਹਨ। ਅਤੇ ਇਸ ਲਈ ਉਹ ਚੌਥੇ ਅਧਿਆਇ ਵਿੱਚ ਪੌਲੁਸ ਨੂੰ ਉਹਨਾਂ ਵਿਸ਼ਾਲ ਪ੍ਰਭਾਵਾਂ ਦੀ ਪੜਚੋਲ ਕਰਨ ਦੀ ਅਗਵਾਈ ਕਰਦਾ ਹੈ ਜੋ ਇਹ ਸਭ ਦੇ ਲਈ ਹੈ ਜੋ ਪਰਮੇਸ਼ਵਰ ਦੇ ਨੇਮ ਪਰਿਵਾਰ ਦਾ ਹਿੱਸਾ ਬਣ ਸਕਦਾ ਹੈ। ਉਹ ਉਤਪਤ ਦੇ 15ਵੇਂ ਅਧਿਆਇ ਵਿੱਚ ਅਬਰਾਮ ਦੀ ਕਹਾਣੀ ਵੱਲ ਵਾਪਸ ਜਾਂਦਾ ਹੈ। ਇਸ ਤੋਂ ਪਹਿਲਾਂ ਕਿ ਤੁਰੇਤ ਦੇ ਕਿਸੇ ਵੀ ਕਾਨੂੰਨ ਨੂੰ ਇਸਰਾਇਲ ਨੂੰ ਦਿੱਤਾ ਜਾਂਦਾ, ਅਬਰਾਹਮ ਨੂੰ ਪਰਮੇਸ਼ਵਰ ਦੇ ਅੱਗੇ ਧਰਮੀ ਠਹਿਰਾਇਆ ਗਿਆ ਸੀ ਜਾਂ ਧਰਮੀ ਘੋਸ਼ਿਤ ਕੀਤਾ ਗਿਆ। ਕਿਵੇਂ? ਖੈਰ, ਪਰਮੇਸ਼ਵਰ ਨੇ ਵਾਅਦਾ ਕੀਤਾ ਸੀ ਕਿ ਅਬਰਾਹਮ ਇੱਕ ਵਿਸ਼ਾਲ ਬਹੁਜਾਤੀ ਪਰਿਵਾਰ ਦਾ ਪਿਤਾ ਬਣ ਜਾਵੇਗਾ ਜੋ ਪਰਮੇਸ਼ਵਰ ਦੀ ਅਸ਼ੀਸ਼ ਪ੍ਰਾਪਤ ਕਰੇਗਾ। ਪਰ ਉਹ ਅਤੇ ਉਸ ਦੀ ਪਤਨੀ ਸਾਰਾ ਸੱਚਮੁੱਚ ਵਡੇਰੀ ਉਮਰ ਦੇ ਸਨ। ਹੁਣ ਤੱਕ ਉਹਨਾਂ ਦੇ ਕੋਈ ਸੰਤਾਨ ਨਹੀਂ ਸੀ, ਪਰ ਫਿਰ ਵੀ ਅਬਰਾਹਮ ਨੂੰ ਪਰਮੇਸ਼ਵਰ ਦੇ ਵਾਅਦੇ ਤੇ ਪੂਰੀ ਨਿਸ਼ਚਾ ਅਤੇ ਭਰੋਸਾ ਸੀ ਅਤੇ ਇਸ ਲਈ ਪਰਮੇਸ਼ਵਰ ਨੇ ਉਸ ਨੂੰ ਧਰਮੀ ਠਹਿਰਾਇਆ। ਅਤੇ ਇਸ ਲਈ ਪੌਲੁਸ ਆਖਦਾ ਹੈ, ਹੁਣ ਅਬਰਾਹਮ ਪਰਮੇਸ਼ਵਰ ਦੇ ਨਵੇਂ ਨੇਮ ਪਰਿਵਾਰ ਦਾ ਪਿਤਾ ਬਣ ਗਿਆ ਹੈ ਅਤੇ ਇਹ ਸਾਰੇ ਸੰਸਾਰ ਵਿੱਚ ਵੱਧ ਰਿਹਾ ਹੈ। ਇਹ ਯਹੂਦੀਆਂ ਤੇ ਗੈਰ ਯਹੂਦੀਆਂ ਦਾ ਬਣਿਆ ਹੋਇਆ ਹੈ, ਜਿਸ ਦਾ ਇੱਕੋ ਜਿਹਾ ਵਿਸ਼ਵਾਸ ਹੈ ਅਤੇ ਉਸ ਵਿੱਚ ਵਿਸ਼ਵਾਸ ਹੈ ਜਿਸ ਨੇ ਅਬਰਾਹਮ ਯਿਸੂ ਮਸੀਹ ਨਾਲ ਪਰਮੇਸ਼ਵਰ ਦਾ ਵਾਅਦਾ ਪੂਰਾ ਕੀਤਾ ਸੀ। ਇਸ ਲਈ ਆਓ ਆਪਾਂ ਇੱਥੇ ਅਧਿਆਇ 1 ਤੋਂ 4 ਤੱਕ ਪੌਲੁਸ ਦੇ ਮੁੱਖ ਵਿਚਾਰਾਂ ਨੂੰ ਵਿਰਾਮ ਅਤੇ ਸੰਖੇਪ ਵਿੱਚ ਦੱਸਦੇ ਹਾਂ, ਕਿਉਂਕਿ ਉਹ ਬਾਕੀ ਪੱਤਰੀ ਨੂੰ ਸਮਝਣ ਦੀ ਬੁਨਿਆਦ ਹਨ। ਸਾਰੀ ਮਨੁੱਖਤਾ ਆਸ ਰਹਿਤ ਹੈ ਅਤੇ ਪਾਪ ਵਿੱਚ ਫਸੀ ਹੋਈ ਹੈ ਅਤੇ ਉਹਨਾਂ ਨੂੰ ਬਚਾਉਣ ਦੀ ਜ਼ਰੂਰਤ ਹੈ। ਉਹ ਬਚਾਓ, ਹਾਲਾਂਕਿ ਲੋਕਾਂ ਦੁਆਰਾ ਤੁਰੇਤ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰਨ ਦੁਆਰਾ ਨਹੀਂ ਹੋਣ ਜਾ ਰਿਹਾ। ਇਸ ਦੀ ਬਜਾਏ ਪਰਮੇਸ਼ਵਰ ਦੇ ਧਰਮੀ ਚਰਿੱਤਰ ਨੇ ਉਸ ਨੂੰ ਯਿਸੂ ਦੀ ਮੌਤ ਅਤੇ ਜੀ ਉੱਠਣ ਦੁਆਰਾ ਦੁਨੀਆ ਨੂੰ ਬਚਾਉਣ ਲਈ ਪ੍ਰੇਰਿਤ ਕੀਤਾ, ਤਾਂ ਜੋ ਉਹ ਅਬਰਾਮ ਦੇ ਉਸ ਬਹੁਜਾਤੀ ਪਰਿਵਾਰ ਨੂੰ ਨਿਸ਼ਚਾ ਦੇ ਆਧਾਰ ਤੇ ਆਪਣੇ ਨਵੇਂ ਨੇਮ ਵਾਲੇ ਲੋਕ ਬਣਾ ਸਕੇ। ਅਤੇ ਇਸ ਲਈ ਪੌਲੁਸ ਇਹ ਦਿਖਾਉਣ ਲਈ ਜਾ ਰਿਹਾ ਹੈ ਕਿ ਕਿਵੇਂ ਇਹ ਨਵਾਂ ਪਰਿਵਾਰ ਇਸ ਨਾਲੋਂ ਕੀਤੇ ਵਧੇਰੇ ਦਾ ਇੱਕ ਬਹੁਤ ਵੱਡਾ ਹਿੱਸਾ ਹੈ ਜੋ ਉਹਨਾਂ ਨੂੰ ਇਕੱਠੇ ਮਿਲ ਕੇ ਜ਼ਿੰਦਗੀ ਦੇ ਨਵੇਂ ਢੰਗ ਨਾਲ ਜਿਉਣ ਲਈ ਬੁਲਾਉਂਦਾ ਹੈ। ਪਰ ਇਹ ਸਭ ਰੋਮੀਆਂ ਨੂੰ ਪੌਲੁਸ ਦੀ ਪੱਤਰੀ ਦੇ ਪਹਿਲੇ ਅਧਿਆਇ 1 ਤੋਂ 4 ਦੇ ਵਿੱਚ ਇਹਨਾਂ ਮੂਲ ਵਿਚਾਰਾਂ ਵਿੱਚ ਜੋੜਿਆ ਜਾ ਰਿਹਾ ਹੈ।